ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਹਰ ਸਿਮਰਤ ਤੇਰੀ ਜਾਏ ਬਲਾਏ, ਸਰਬ ਕਲਿਆਣ ਵਸੈ ਮਨ ਆਏ। ਭਜ ਮਨ ਮੇਰੇ ਏਕੋ ਨਾਮ, ਜਿय तेरे कै आवै काम। रहाओ रैन दिनस गुण गाओ अनंता, गुरपुरे का निर्मल मनता। छोड़ उपाव एक टेक राख, महापदार्थ अमृत रस चाख। बिखम सागर तेई जन तरी, नानक जाका नदर करी। वाहिगुरु साहिब जी। एक ओंकार सतनाम करता पुरख, निर्भउ निर्वैर, अकाल मूरत अजूनी सैभं गुर प्रसाद। जापाद सच जुगाद सच है भी सच, नानक होसी पी सच। सगल द्वार को छाड़ के, गहियो तुहारो द्वार। बाहें गहे की लाज अस, गोविंद दास तुहार। परम सन्मानयोग जुगो जुग अटल साहिब श्री गुरु ग्रंथ साहिब जी की पावन पवित्र हजूरी अंदर सुभाईमान गुरु प्यारे गुरु सवारे सतसंगी जनों, आओ वड भागे हा। रोजाना की तरह अमृत वेले सतगुरु पातशाह जी की अमृतमयी बाणी के नितनेम सरवण कीते हन। उपरंत गुरु हजूरी अंदर लड़ीवार कथा दे नाल जुड़े हाँ। आओ रसना नूं पवित्र करिए, गुरु बख्शी फतेह प्रवान करिए। आखो जी वाहिगुरु जी का खालसा, वाहिगुरु जी की फतेह। सतगुरु धन श्री गुरु अर्जन देव साहिब पातशाह जी के मुखारविंद तो उचारण किया पावन शब्द सरवण कीता है, जिस विच पातशाह जी कृपा करते हैं। गौड़ी महला पंजवा। हर सिमरत तेरी जाए बुलाए, सर्ब कल्याण वसै मन आई। भज मन मेरे एको नाम, जी तेरे कै आवे काम। रहाओ सतगुरु पातशाह इस पावन शब्द के अंदर जिद्दां आपां पहलां भी जिक्र किया, जिन्ने भी शब्द पिछे आपां विचार की है, हर एक शब्द दे विच पातशाह ने एक गल ते जोर दिता है कि उस मालिक दी बंदगी, उस मालिक परमेश्वर दा नाम, उहदी भगती मनुख वास्ते किन्नी क जरूरी है, किन्नी क लाजमी है। ते नाम दी जीवन दे विच महत्ता की है, ते इस नाम दी दुनिया ते कीमत कोई तय नहीं कर सकता। नाम मिलदा कित्थों है। ते अज दे पावन शब्द विच भी पातशाह नाम दी महानता दर्शाउंदे हन। नाम ते ही गल पातशाह पंचम पातशाह धन गुरु अर्जन देव साहिब जी करदे पे आ, पर उस तो पहला यह समझना जरूरी है, संसार ते परमात्मा ने 84 लाख जूना पैदा कीतियां।
ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹੈ, ਅੰਡਜ ਜੀਰਜ ਸੇਤਜ ਉਤਪੁਜ ਸਭ ਤੇਰੇ ਕੀਤੇ ਜਨਤਾ। 84 ਲੱਖ ਜੋਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁਕੈ ਸੋ ਆਏ ਜਾਏ ਦੁੱਖ ਪਾਇੰਦਾ। ਸੱਚੇ ਪਾਤਸ਼ਾਹ ਕਹਿੰਦੇ 84 ਲੱਖ ਜੂਨਾਂ ਦਾ ਜ਼ਿਕਰ ਬਾਣੀ ਅੰਦਰ ਕੀਤਾ। 84 ਲੱਖ ਜੂਨਾਂ ਦੇ ਵਿੱਚੋਂ ਕੇਵਲ ਇੱਕ ਮਨੁੱਖ ਹੈ ਜਿਹੜਾ ਕਰਮ ਜੂਨੀ ਹੈ। ਬਾਕੀ ਸਾਰੀਆਂ ਹੀ ਭੋਗ ਜੂਨੀਆਂ ਨੇ ਇੱਕ ਜੂਨ ਕੱਟਣ ਵਾਸਤੇ। ਜਿਵੇਂ ਇੱਕ ਬੰਦਾ ਕੈਦ ਕੱਟਦਾ ਹੈ ਨਾ, 5-7 ਸਾਲ ਦੀ 10-15 ਸਾਲ ਦੀ ਕੈਦ ਕੱਟਦਾ ਹੈ, ਇਸੇ ਤਰ੍ਹਾਂ ਬਾਕੀ ਸਾਰੀਆਂ ਜੂਨਾਂ ਜਿਹੜੀਆਂ ਉਸ ਮਾਲਕ ਦੇ ਹੁਕਮ ਦੇ ਅੰਦਰ ਇਸ ਜੀਵਨ ਨੂੰ ਭੋਗਦੀਆਂ ਪਈਆਂ ਨੇ। ਭਾਵ ਨਾ ਤੇ ਉਹਨਾਂ ਨੂੰ ਚੰਗੇ ਦਾ ਪਤਾ ਹੈ, ਨਾ ਉਹਨਾਂ ਨੂੰ ਮਾੜੇ ਦਾ ਪਤਾ ਹੈ, ਨਾ ਉਹਨਾਂ ਨੂੰ ਅੱਗਾ ਸਵਾਰਨ ਦਾ ਪਤਾ ਹੈ, ਨਾ ਉਹਨਾਂ ਨੂੰ ਇਹ ਪਤਾ ਹੈ ਕਿ ਪਿੱਛੇ ਕੈਸੇ ਕਰਮ ਕੀਤੇ ਆ। ਪਰ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹਰ ਸਿਮਰਤ ਤੇਰੀ ਜਾਏ ਬਲਾਏ। ਜਿਹੜਾ ਮਨੁੱਖ ਹੈ ਨਾ, ਮਨੁੱਖ ਨੂੰ ਕਰਮ ਜੂਨੀ ਬਣਾਇਆ। ਕਰਮ ਤੋਂ ਭਾਵ ਇਹ ਚੰਗੇ ਮੰਦੇ ਦੀ ਸਮਝ ਰੱਖਦਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀ ਸਾਈਂ ਦਾ ਦਰਬਾਰ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਨ ਡੈ ਗਿਰੀਵਾਨ ਮੈਂ ਸ਼ਰਣੀਵਾ ਕਰ ਦੇਖ। ਇਹ ਸਾਰੀਆਂ ਕਰਮ ਦੀਆਂ ਪਰਿਭਾਸ਼ਾ ਨੇ ਨਾ ਕਿ ਮਨੁੱਖ ਕਰਮ ਕਰਨ ਵਾਸਤੇ ਆਇਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਵਿੱਚ ਵੀ ਕਿਹਾ ਨਾ, ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ। ਇਥੋਂ ਇਹ ਸਪਸ਼ਟ ਹੁੰਦਾ ਕਿ ਮਨੁੱਖ ਕਰਮ ਕਰਦਾ ਤੇ ਉਸ ਕਰਮ ਦੇ ਮੁਤਾਬਕ ਇਹਦੀ ਜ਼ਿੰਦਗੀ ਚੱਲਦੀ ਹੈ। ਤੇ ਨਾਲ ਹੀ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਇਹ ਵੀ ਚੇਤਾ ਰੱਖਣਾ ਪੈਣਾ, ਜਿੱਦਣ ਤੈਨੂੰ ਇਸ ਸੰਸਾਰ ਤੇ ਪ੍ਰਮਾਤਮਾ ਨੇ ਭੇਜਿਆ, ਉਸ ਪਰਮੇਸ਼ਰ ਨੇ ਸਭ ਕੁਝ ਸਿਖਾ ਕੇ, ਸਭ ਕੁਝ ਸਮਝਾ ਕੇ ਤੈਨੂੰ ਇਸ ਸੰਸਾਰ ਤੇ ਭੇਜਿਆ। ਖਾਣਾ ਕਿੱਦਾਂ ਹੈ, ਕੀ ਖਾਣਾ ਹੈ, ਸਰੀਰ ਨੂੰ ਢਕਣਾ ਕਿੱਦਾਂ ਹੈ, ਕੀ ਪਹਿਨਣਾ ਹੈ, ਸੰਸਾਰ ਤੇ ਕਾਰ ਵਿਹਾਰ ਕਿੱਦਾਂ ਕਰਨਾ, ਕਿਵੇਂ ਜ਼ਿੰਦਗੀ ਨੂੰ ਅੱਗੇ ਤੋਰਨਾ, ਪਾਲਣਾ ਪੋਸ਼ਣਾ ਪਰਿਵਾਰ ਦੀ ਕਿਵੇਂ ਕਰਨੀ ਹੈ, ਸਭ ਕੁਝ ਉਸ ਪਰਮਾਤਮਾ ਨੇ ਸਿੱਖਿਆ ਦਿੱਤੀ। ਸਭ ਕੁਝ ਸਿਖਾਇਆ, ਕੀ ਖਾਣਾ, ਕੀ ਪੀਣਾ, ਕੀ ਨਹੀਂ ਖਾਣਾ, ਇਹ ਵੀ ਪਾਤਸ਼ਾਹ ਕਹਿੰਦੇ ਸਭ ਕੁਝ ਦੱਸਿਆ। ਤੇਰੇ ਮਨ ਨੂੰ ਸਭ ਕੁਝ ਪਤਾ ਹੈ। ਨਾਲ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਉਸ ਮਾਲਕ ਨੇ ਇਸ ਸਰੀਰ ਦੇ ਅੰਦਰ ਇੱਕ ਮਹਿੰਗੀ ਵਸਤੂ ਟਿਕਾ ਦਿੱਤੀ ਜਿਹੜੀ ਦੁਨੀਆ ਤੋਂ ਕਿਤੇ ਨਹੀਂ ਮਿਲਦੀ। ਉਹ ਮਹਿੰਗੀ ਵਸਤੂ ਕੀ ਹੈ? ਸਵਾਸ। ਤੇ ਪਾਤਸ਼ਾਹ ਕਹਿੰਦੇ ਉਹ ਸਭ ਤੋਂ ਮਹਿੰਗੀ ਚੀਜ਼ ਸਵਾਸਾਂ ਦੀ ਪੂੰਜੀ ਤੇਰੇ ਸਰੀਰ ਦੇ ਅੰਦਰ ਟਿਕਾ ਦਿੱਤੀ ਤੇ ਪਾਈ ਵੀ ਉਸ ਮਾਲਕ ਨੇ ਗਿਣ ਕੇ। ਗਿਣਤੀ ਦੇ ਸਵਾਸ ਤੇਰੇ ਅੰਦਰ ਪਾਏ ਤੇ ਨਾਲ ਹੀ ਜਿੱਦਾਂ ਆਪਾਂ ਸੰਸਾਰ ਦੇ ਵਿੱਚ ਕਾਰ ਵਿਹਾਰ ਕਰਦੇ ਆ ਨਾ, ਕਿਸੇ ਨਾਲ ਕੋਈ ਦੇਣ ਲੈਣ ਕਰਨਾ ਹੋਵੇ ਤੇ ਉਹਦੇ ਨਾਲ ਅਸੀਂ ਲਿਖਤੀ ਕਾਗਜ਼ ਜਿਹੜਾ ਸਾਈਨ ਕਰਵਾ ਕੇ ਰੱਖਦੇ ਆ, ਕਿਸੇ ਨਾ ਕਿਸੇ ਦੀ ਜ਼ਿੰਮੇਵਾਰੀ ਲੈਂਦੇ ਆ, ਗਵਾਹੀ ਲੈਂਦੇ ਆ। ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਭਲਿਆ ਕਦੇ ਬੈਠ ਕੇ ਇਹ ਵਿਚਾਰ ਕਰੀ ਸੋਚੀ, ਜਿੱਦਣ ਤੈਨੂੰ ਇਸ ਸੰਸਾਰ ਤੇ ਮਾਲਕ ਨੇ ਭੇਜਿਆ, ਸੋਹਣਾ ਸਰੀਰ ਬਖਸ਼ਿਆ, ਮਹਿੰਗੇ ਸਵਾਸ ਗਿਣਤੀ ਦੇ ਪਾਏ, ਸਭ ਕੁਝ ਸਿੱਖਿਆ ਦੇ ਕੇ ਭੇਜਿਆ, ਤੇ ਪਰ ਸਤਿਗੁਰੂ ਕਹਿੰਦੇ ਨਾਲ ਹੀ ਤੇਰੇ ਤੋਂ ਇੱਕ ਬਚਨ ਲਿਆ, ਤੇਰੇ ਤੋਂ ਇੱਕ ਕਾਗਜ਼, ਇੱਕ ਪੱਤਰ ਸਾਈਨ ਕਰਵਾਉਣਾ ਕੀਤਾ। ਉਹ ਕਿਹੜਾ ਸੀ? ਮੌਤ ਦਾ ਪੱਤਰ। ਮੌਤ ਦੀ ਚਿੱਠੀ ਤੇਰੇ ਤੋਂ ਸਾਈਨ ਕਰਵਾਉਣੀ ਕੀਤੀ ਉਸ ਮਾਲਕ ਨੇ। ਗੁਰਬਾਣੀ ਦਾ ਪਾਵਨ ਸ਼ਬਦ ਹੈ, ਪਾਤਸ਼ਾਹ ਕਹਿੰਦੇ ਮਰਨ ਲਿਖਾਏ ਮੰਡਲ ਮਹਿ ਆਏ। ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਸ਼ਲੋਕਾਂ ਦੇ ਵਿੱਚੋਂ ਪਹਿਲੇ ਸ਼ਲੋਕ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਨੇ ਇੱਕ ਜ਼ਿਕਰ ਕੀਤਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਤ ਦਿਹਾੜੈ ਧਨਵਰੀ ਸਾਹੇ ਲੇਹ ਲਿਖਾਏ, ਮਲਕ ਦੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ। ਕਹਿੰਦੇ
ਇਹ ਸਾਹਾ ਭਾਵ ਮੌਤ ਰੂਪੀ ਸਾਹਾ, ਮੌਤ ਰੂਪੀ ਚਿੱਠੀ ਲਿਖ ਕੇ ਆਇਆ ਪਰਮਾਤਮਾ ਕੋਲ। ਜਿਤ ਦਿਹਾੜੈ ਧਨਵਰੀ ਸਾਹੇ ਲਏ ਲਿਖਾਏ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸ਼ਬਦ ਕਹੇ, ਸੋਹਿਲਾ ਸਾਹਿਬ ਦੀ ਬਾਣੀ ਰੋਜ਼ ਪੜ੍ਹਦੇ ਹਾਂ। ਪਾਤਸ਼ਾਹ ਦੇ ਪਾਵਨ ਬਚਨ ਨੇ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸੁਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸੱਦਨਹਾਰਾ ਸਿਮਰੀਏ ਨਾਨਕ ਸੇ ਦੇਹ ਅਵਨ। ਸੱਚੇ ਪਾਤਸ਼ਾਹ ਕਹਿੰਦੇ ਤੂੰ ਸਭ ਕੁਝ ਉੱਥੇ ਤੈਅ ਕਰਕੇ ਆਇਆ ਤੇ ਫਿਰ ਤੈਨੂੰ ਪਰਮਾਤਮਾ ਨੇ ਇਸ ਸੰਸਾਰ ਤੇ ਘੱਲਿਆ, ਭੇਜਿਆ। ਤੇ ਸੱਚੇ ਪਾਤਸ਼ਾਹ ਜੀ ਨੇ ਜਦੋਂ ਇੰਨਾ ਕੁਝ ਕੀਤਾ ਨਾ, ਸਭ ਕੁਝ ਸਿਖਾਉਣਾ ਕੀਤਾ, ਸਮਝਾਉਣਾ ਕੀਤਾ, ਦੱਸਣਾ ਕੀਤਾ, ਫਿਰ ਇਹ ਜੀਵ ਕਹਿੰਦਾ ਪਰਮਾਤਮਾ ਤੂੰ ਮੈਨੂੰ ਜ਼ਿੰਦਗੀ ਬਖਸ਼ੀ ਕਿਉਂ ਆ? ਇਹ ਜੀਵਨ ਕਿਉਂ ਬਖਸ਼ਿਆ? ਇਹਦਾ ਕਾਰਨ ਕੀ ਆ? ਸਭ ਕੁਝ ਗੁਰਬਾਣੀ ਦੇ ਵਿੱਚ ਲਿਖਿਆ ਜੀ। ਪਾਤਸ਼ਾਹ ਨੇ ਸਭ ਕੁਝ ਗੁਰਬਾਣੀ ਦੇ ਵਿੱਚ ਇਹ ਗੱਲਾਂ, ਇਹ ਵਿਚਾਰ ਸਾਨੂੰ ਸਮਝਾਉਣ ਵਾਸਤੇ ਦਿੱਤੇ ਆ। ਕਹਿੰਦੇ ਜਦੋਂ ਸਵਾਲ ਕੀਤਾ ਨਾ, ਕਿਉਂ ਜ਼ਿੰਦਗੀ ਦਿੱਤੀ, ਕਿਉਂ ਇਹ ਜੀਵਨ ਮਿਲਿਆ? ਪਾਤਸ਼ਾਹ ਕਹਿੰਦੇ ਫਲਿਆ ਬੜੀਆਂ ਜੂਨਾਂ ਹੋ ਗਈਆਂ ਸੀ ਭਟਕਦਿਆਂ, ਤੈਨੂੰ ਵਿਛੜਿਆ, ਤੇਰੇ ਮਨ ਦੀ ਇੱਛਾ ਸੀ ਮਿਲਾਪ ਦੀ। ਬੜੇ ਜੀਵਨ ਹੋ ਗਏ, ਬੜੀਆਂ ਜੂਨਾਂ ਭੋਗੀਆਂ, ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ। ਕਿਹੜੀਆਂ ਕਿਹੜੀਆਂ ਜੂਨਾਂ ਭੋਗੀਆਂ? ਪਾਤਸ਼ਾਹ ਕਹਿੰਦੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰੰਕਾਲ ਇਹ ਦੇਹ ਸਿੰਜਰੀਆ। ਜੇ ਤੂੰ ਪੁੱਛੇਂਗਾ ਨਾ ਅੱਜ ਵੀ, ਤੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਇਹੀ ਦੱਸਦੇ ਆ। ਪਰ ਕਦੇ ਕੰਮਾਂ ਤੋਂ, ਕਦੇ ਦੂਜੇ ਬੰਨਿਆਂ ਤੋਂ ਵਿਹਲਾ ਹੋ ਕੇ ਪਾਤਸ਼ਾਹ ਨੂੰ ਪੁੱਛ ਕੇ ਤੇ ਵੇਖਣਾ। ਸਤਿਗੁਰੂ ਕਹਿੰਦੇ ਕਦੇ ਪੁੱਛ ਤੇ ਸਹੀ, ਪਰ ਤੇਰੇ ਕੋਲ ਪੁੱਛਣ ਦਾ ਸਮਾਂ ਨਹੀਂ। ਸਤਿਗੁਰੂ ਕਹਿੰਦੇ ਪਰਮੇਸ਼ਰ ਨੇ ਇਹ ਵੀ ਜਵਾਬ ਦਿੱਤਾ, ਕਿਉਂ ਜ਼ਿੰਦਗੀ ਮਿਲੀ, ਕਿਉਂ ਜੀਵਨ ਮਿਲਿਆ? ਪਾਤਸ਼ਾਹ ਕਹਿੰਦੇ ਪ੍ਰਾਣੀ, ਹੇ ਜੀਵ, ਤੂੰ ਆਇਆ ਲਾਹਾ ਲੈਣ। ਕਹਿੰਦੇ ਤੂੰ ਇੱਥੇ ਲਾਹਾ ਲੈਣ ਵਾਸਤੇ ਆਇਆ ਸੀ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਜੇ ਭੋਗ ਜੂਨੀ ਹੁੰਦੀ ਤੇ ਪਰਮਾਤਮਾ ਤੈਨੂੰ ਮਤ ਨਾ ਬਖਸ਼ਿਸ਼ ਕਰਦਾ, ਫਿਰ ਇਹ ਇਕੱਲਾ ਸਰੀਰ ਬਣਾ ਦਿੰਦਾ। ਜਿੱਦਾਂ ਪਸ਼ੂ ਪੰਛੀ ਜੀਵਨ ਭੋਗਦੇ, ਇਦਾਂ ਤੂੰ ਵੀ ਭੋਗ ਕੇ ਚਲਿਆ ਜਾਂਦਾ। ਤੈਨੂੰ ਕਰਮ ਜੂਨੀ ਕਿਸ ਵਾਸਤੇ ਬਣਾਇਆ? ਫਿਰ ਇਹ ਮਨੁੱਖ ਪੁੱਛਦਾ ਹੈ, ਜਿਹੜਾ ਸਿਆਣਾ ਹੈ, ਜਿਹੜਾ ਸੁਜਾਨ ਹੈ ਨਾ, ਜਿਹਦੀ ਸਮਝ ਕੰਮ ਕਰਦੀ ਹੈ, ਉਹ ਗੁਰੂ ਨੂੰ ਪੁੱਛਦਾ ਕਿ ਸੱਚੇ ਪਾਤਸ਼ਾਹ ਜੇ ਤੂੰ ਇੰਨਾ ਕੁਝ ਸਮਝਾਈ ਦਿੱਤਾ ਕਿ ਇਹ ਜੀਵਨ ਕਿਉਂ ਮਿਲਿਆ, ਕਿਸ ਕਾਰਨ ਮਿਲਿਆ, ਖਾਣਾ ਕੀ ਹੈ, ਪਹਿਨਣਾ ਕੀ ਹੈ, ਹੰਡਾਉਣਾ ਕੀ ਹੈ, ਤੇ ਇਹ ਸਵਾਸ ਕਿੰਨੇ ਕੁ ਮਹਿੰਗੇ ਹਨ, ਕਿਹੜੀਆਂ ਜੂਨਾਂ ਦੇ ਵਿੱਚ ਮੈਂ ਭਟਕ ਕੇ ਇਹ ਜਨਮ ਮਿਲਿਆ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਫਿਰ ਸੱਚੇ ਪਾਤਸ਼ਾਹ ਇੱਕ ਗੱਲ ਹੋਰ ਵੀ ਸਮਝਾ ਦਿਓ। ਪਾਤਸ਼ਾਹ ਕਹਿੰਦੇ ਕਿਹੜੀ? ਸੱਚੇ ਪਾਤਸ਼ਾਹ ਮੈਂ ਕਰਮ ਕੈਸੇ ਕਰਾਂ, ਕਿਹੋ ਜੇ ਕਰਮ ਕਰਾਂ, ਕੀ ਕਰਾਂ ਜਿਹਦੇ ਨਾਲ ਮੇਰੀ ਜ਼ਿੰਦਗੀ ਦਾ ਮਨੋਰਥ ਸਫਲਾ ਹੋਵੇ, ਇਹ ਜ਼ਿੰਦਗੀ ਦਾ ਮੂਲ ਸਮਝ ਆਵੇ। ਫਿਰ ਸਤਿਗੁਰੂ ਨੇ ਇੱਕੋ ਗੱਲ ਸਮਝਾਈ, ਕਹਿੰਦੇ ਕਾਰਜ ਜੋ ਵੀ ਮਰਜ਼ੀ ਕਰ, ਜਿਹੜਾ ਮਰਜ਼ੀ ਕਰਮ ਕਰ, ਪਰ ਇੱਕ ਗੱਲ ਚੇਤੇ ਰੱਖੀ, ਕਹਿੰਦੇ ਮੇਰਾ ਸ਼ੁਕਰਾਨਾ ਕਰਨਾ ਕਦੇ ਨਾ ਭੁੱਲੀ। ਕਿਉਂਕਿ ਜੇ 8 ਪਹਿਰ ਦਾ ਸਿਧਾਂਤ ਅਸੀਂ ਸਮਝਦੇ ਹਾਂ ਨਾ ਕਿ 24 ਘੰਟੇ ਪਰਮਾਤਮਾ ਨੂੰ ਯਾਦ ਰੱਖਣਾ, ਉਹਦਾ ਨਾਮ ਜਪਣਾ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾ। ਹੁਣ 8 ਪਹਿਰ ਤੇ ਕੋਈ ਬੰਦਾ ਵਾਹਿਗੁਰੂ ਵਾਹਿਗੁਰੂ ਨਹੀਂ ਕਰ ਸਕਦਾ। ਕੋਈ ਲੱਖਾਂ ਕਰੋੜਾਂ ਦੇ ਵਿੱਚੋਂ ਬਿਰਲਾ ਬੰਦਾ ਹੋਣਾ ਜਿਹੜਾ ਏਡਾ ਵੱਡਾ ਚੌਂਕੜਾ ਮਾਰ ਕੇ ਬੈਠ ਸਕਦਾ ਹੋਵੇ 24 ਘੰਟੇ। ਸੌਣਾ ਵੀ ਹੈ, ਖਾਣਾ ਪੀਣਾ ਵੀ ਹੈ, ਦੁਨਿਆਵੀ ਕੰਮ ਧੰਦੇ ਵੀ ਕਰਨੇ ਆ, ਪਰ ਇਹਦੀ ਵਿਚਾਰ ਕੁਝ ਵੱਖਰੀ ਹੈ। ਪਾਤਸ਼ਾਹ ਕਹਿੰਦੇ 24 ਘੰਟੇ ਦਾ ਮਤਲਬ ਕੀ ਹੈ? ਜਿੱਦਾਂ ਭਗਤ ਨਾਮਦੇਵ ਜੀ ਨੇ ਕਿਹਾ ਸੀ, ਨਾਮਾ ਕਹਿਤ ਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ।
ਤੇ ਕਹਿੰਦੇ 8 ਪਹਿਰਾਂ ਤੋਂ ਭਾਵ ਹੈ ਜਿਹੜਾ ਵੀ ਕਰਮ ਤੂੰ ਕਰਦਾ, ਖੇਤੀ ਕਰਦਾ, ਉਹਦੇ ਵਿੱਚ ਵੀ ਉਸ ਮਾਲਕ ਨੂੰ ਮੌਜੂਦ ਰੱਖਣਾ, ਸ਼ੁਕਰਾਨਾ ਰੱਖਣਾ। ਕੋਈ ਗੱਡੀ ਲਿਆਂਦੀ ਉਹਦਾ ਵੀ ਸ਼ੁਕਰਾਨਾ, ਕੋਈ ਘਰ ਦੇ ਵਿੱਚ ਖੁਸ਼ੀ ਆ ਗਈ ਉਹਦਾ ਵੀ ਸ਼ੁਕਰਾਨਾ, ਕੋਈ ਕਮੀ ਹੈ ਫਿਰ ਵੀ ਉਹਦਾ ਸ਼ੁਕਰਾਨਾ। ਪਾਤਸ਼ਾਹ ਕਹਿੰਦੇ ਇਸ ਸ਼ੁਕਰਾਨੇ ਦੇ, ਇਸ ਧੰਨਵਾਦ ਦੇ ਸਿਧਾਂਤ ਨੂੰ ਤੈਨੂੰ ਸਮਝਣਾ ਪੈਣਾ ਕਿ ਜੋ ਕੁਝ ਵਰਤ ਰਿਹਾ, ਜੋ ਕੁਝ ਹੋ ਰਿਹਾ ਉਹ ਤੇਰੀ ਰਜ਼ਾ ਹੈ। ਤੇ ਸਤਿਗੁਰੂ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਨੇ ਬਚਨ ਕੀਤਾ, ਕਹਿੰਦੇ ਜਿੱਦਣ ਤੂੰ ਭੁੱਲ ਗਿਆ, ਜਿੱਦਣ ਤੇਰੇ ਅੰਦਰੋਂ ਹੋਂਦ ਖਤਮ ਹੋ ਗਈ, ਜਿੱਦਣ ਸ਼ੁਕਰਾਨਾ ਖਤਮ ਹੋ ਗਿਆ, ਫਿਰ ਯਾਦ ਰੱਖੀ ਜਿਹੜੀ ਗੱਲ ਆਪਾਂ ਆਰੰਭ ਕੀਤੀ ਹੈ, ਪਾਵਨ ਬਚਨ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਕਰਦੇ ਹੈ, ਹਰ ਸਿਮਰਤ ਤੇਰੀ ਜਾਏ ਬਲਾਏ। ਕਹਿੰਦੇ ਯਾਦ ਰੱਖੀ ਜਿੱਦਣ ਸ਼ੁਕਰਾਨਾ ਭੁੱਲ ਗਿਆ, ਜਿੱਦਣ ਧੰਨਵਾਦ ਜ਼ਿੰਦਗੀ ਦੇ ਵਿੱਚੋਂ ਖਤਮ ਹੋ ਗਿਆ, ਸਤਿਗੁਰੂ ਕਹਿੰਦੇ ਜਿੰਨੇ ਦੁਨੀਆ ਦੇ ਰੋਗ ਨੇ, ਜਿੰਨੀਆਂ ਦੁਨੀਆ ਦੀਆਂ ਬਲਾਵਾਂ ਨੇ, ਜਿੰਨੇ ਦੁਨੀਆ ਦੇ ਦੁੱਖ ਨੇ, ਉਹ ਸਭ ਕੁਝ ਤੇਰੇ ਉੱਪਰ ਆ ਪੈਣਾ ਹੈ। ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ, ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਾਤਸ਼ਾਹ ਕਹਿੰਦੇ ਇਹ ਉਦਣ ਸ਼ੁਰੂਆਤ ਹੁੰਦੀ ਹੈ ਦੁੱਖ ਦੀ, ਜਿੱਦਣ ਤੂੰ ਮੈਨੂੰ ਵਿਸਾਰ ਦਿੰਦਾ, ਮੈਨੂੰ ਭੁੱਲ ਜਾਂਦਾ। ਰੱਬ ਨੂੰ ਭੁੱਲਣਾ ਹੀ ਦੁੱਖ ਹੈ। ਤੇ ਸਤਿਗੁਰੂ ਜੀ ਨੇ ਸਪਸ਼ਟ ਬਾਣੀ ਵਿੱਚ ਲਿਖਿਆ। ਤੇ ਕਹਿੰਦੇ ਇਹ ਸਵਾਲ ਜਵਾਬ ਕਰਦਿਆਂ ਫਿਰ ਪਾਤਸ਼ਾਹ ਕਹਿੰਦੇ ਯਾਦ ਰੱਖੀ ਜਿੰਨਾ ਸਮਾਂ ਸਿਮਰਨ ਜ਼ਿੰਦਗੀ ਦੇ ਵਿੱਚ ਚੱਲਦਾ ਹੈ, ਪਾਤਸ਼ਾਹ ਇਹ ਬਚਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਰਦੇ ਹਨ। ਸਰਬ ਕਲਿਆਣ ਵਸੈ ਮਨ ਆਈ। ਗੌੜੀ ਮਹੱਲਾ ਪੰਜਵਾ। ਗੌੜੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਾਵਨ ਸ਼ਬਦ ਹੈ। ਪਾਤਸ਼ਾਹ ਕਹਿੰਦੇ ਹਰ ਸਿਮਰਤ, ਹਰ ਸਿਮਰਤ ਤੋਂ ਭਾਵ ਉਸ ਮਾਲਕ ਦਾ ਸਿਮਰਨ ਕੀਤਿਆਂ। ਹੁਣ ਸਿਮਰਨ ਦੇ ਭਾਵ ਅਰਥ ਕੀ ਨੇ? ਅਖਰੀ ਅਰਥ ਨੇ ਸਿਮਰਨ ਕਰਨਾ। ਸਿਮਰਨ ਕੀ ਹੈ? ਵਾਹਿਗੁਰੂ, ਮੂਲ ਮੰਤਰ, ਰਾਮ ਰਾਮ, ਕੋਈ ਅੱਲਾ, ਕੋਈ ਭਗਵਾਨ, ਕੁਝ ਵੀ ਜਿੱਦਾਂ ਮਨੁੱਖ ਕਹਿੰਦਾ ਉਸ ਮਾਲਕ ਨੂੰ ਜਿਸ ਨਾਮ ਨਾਲ ਯਾਦ ਕਰਦਾ। ਪਰ ਦੂਜੀ ਸਿਮਰਨ ਦੀ ਪਰਿਭਾਸ਼ਾ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ 8 ਪਹਿਰ ਨਿਕਟ ਕਰ ਜਾਣਾ, ਦੁਸ਼ਮਣ ਦੇ ਵਿੱਚੋਂ ਵੀ ਉਸ ਮਾਲਕ ਦੇ ਦਰਸ਼ਨ ਕਰਨੇ। ਕਿਸੇ ਦੇ ਨਾਲ ਦਵੈਸ਼ ਭਾਵਨਾ ਰੱਖਣੀ ਨਹੀਂ। ਜੇ ਕਿਸੇ ਨੇ ਮਾੜਾ ਵੀ ਬੋਲਿਆ ਉਹਦਾ ਵੀ ਸ਼ੁਕਰਾਨਾ, ਕਿਸੇ ਨੇ ਚੰਗਾ ਬੋਲਿਆ ਉਹਦਾ ਵੀ ਸ਼ੁਕਰਾਨਾ। ਇਹ 8 ਪਹਿਰ ਨਿਕਟ ਕਰ ਜਾਣੇ, ਭਾਵ ਹਰ ਇੱਕ ਦੇ ਵਿੱਚੋਂ ਰੱਬ ਮਹਿਸੂਸ ਹੁੰਦਾ ਹੈ। ਤੇ ਪਾਤਸ਼ਾਹ ਕਹਿੰਦੇ ਹਰ ਸਿਮਰਤ ਤੇਰੀ ਜਾਏ ਬਲਾਏ। ਕਹਿੰਦੇ ਮਾਲਕ ਦਾ ਸਿਮਰਨ ਕੀਤਿਆਂ, ਉਹਦਾ ਚਿੰਤਨ ਕੀਤਿਆਂ, ਉਹਦਾ ਸ਼ੁਕਰਾਨਾ ਕੀਤਿਆਂ ਤੇਰੀ ਵੱਡੀ ਤੋਂ ਵੱਡੀ ਬਲਾ ਦੂਰ ਹੋ ਜਾਂਦੀ ਹੈ। ਬਲਾ ਕਿਹੜੀ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਤਿਹਾਸ ਦੇ ਵਿੱਚ ਆਪਣੀਆਂ ਵਾਰਾਂ ਦੇ ਵਿੱਚ ਇੱਕ ਜ਼ਿਕਰ ਕੀਤਾ। ਕਹਿੰਦੇ ਸਭ ਤੋਂ ਵੱਡੀ ਬਲਾ ਹੁੰਦੀ ਹੈ ਜਦੋਂ ਆਪਣੇ ਹੀ ਪਰਿਵਾਰ ਦੇ ਵਿੱਚੋਂ ਬਗਾਵਤ ਸ਼ੁਰੂ ਹੋ ਜਾਵੇ, ਆਪਣੇ ਹੀ ਪਰਿਵਾਰ ਦੇ ਵਿੱਚੋਂ ਮਾੜੇ ਬੋਲਾਂ ਨੂੰ ਸਹਿਣਾ ਪਵੇ, ਆਪਣੇ ਹੀ ਪਰਿਵਾਰ ਦੇ ਵਿੱਚੋਂ। ਜਿੱਦਾਂ ਭਗਤ ਧਰੂ ਦਾ ਜ਼ਿਕਰ ਉਹਨਾਂ ਨੇ ਕੀਤਾ, ਕਹਿੰਦੇ ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੀ ਕੀਤਾ। ਡੁੱਡੋਂ ਲਿਕਾ ਮਾਂ ਪੁੱਛੇ ਤੂੰ ਸਾਵਾਣੀ ਹੈ ਕਿ ਸਰੀਤਾ। ਤੇ ਅੱਗੇ ਮਾਂ ਜਵਾਬ ਦਿੰਦੀ ਹੈ ਸਾਵਾਣੀ ਹਾਂ ਜਨਮ ਦੀ, ਨਾਮ ਨ ਭਗਤੀ ਕਰਮ ਦ੍ਰਿੜੀਤਾ। ਕਹਿੰਦੇ ਜਦੋਂ ਭਗਤ ਧਰੂ ਆਪਣੇ ਪਿਤਾ ਉਤਾਨਪਦ ਦੇ ਗੋਦੀ ਦੇ ਵਿੱਚ ਆ ਕੇ ਬੈਠਿਆ ਨਾ, ਤੇ ਜਿਹੜੀ ਮਤਰੇਈ ਸੀ ਉਹ ਤੋਂ ਬਰਦਾਸ਼ਤ ਨਹੀਂ ਹੋਇਆ। ਕਹਿੰਦੀ ਜੇ ਪਿਓ ਦੀ ਗੋਦੀ ਵਿੱਚ ਬੈਠਣ ਦਾ ਇੰਨਾ ਹੀ ਚਾਅ ਸੀ ਨਾ, ਤੇ ਮੇਰੀ ਕੁੱਖੋਂ ਜਨਮ ਲੈਣਾ ਸੀ। ਉਹਦੀ ਕੁੱਖੋਂ ਜਨਮ ਲਏਗਾ ਤੇ ਪਿਓ ਦੀ ਗੋਦੀ ਨਸੀਬ ਨਹੀਂ ਹੋਣੀ। ਥੱਪੜ ਮਾਰਿਆ ਕੰਨ ਦੇ ਉੱਪਰ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਕਹਿੰਦੇ ਰੋਂਦਾ ਰੋਂਦਾ ਭਗਤ ਧਰੂ ਆਪਣੀ ਮਾਂ ਦੇ ਕੋਲ ਗਿਆ, ਜਿਹਦੀ ਹਾਲਤ ਸੀ ਦਾਸੀਆਂ ਵਰਗੀ। ਆਪਣੀ ਮਾਂ ਨੂੰ ਇੱਕੋ ਸਵਾਲ ਕੀਤਾ। ਆਪ ਗੱਲ ਕਰਨੇ ਆ ਬਲਾ ਕੀ ਹੈ? ਬਲਾ ਆਪਣੇ ਘਰ ਦੇ ਵਿੱਚੋਂ ਹੀ ਜਦੋਂ ਬੋਲ ਕਬੋਲ ਸਹਿਣੇ ਪੈਣ, ਜਿੱਦਾਂ ਭਗਤ ਧਰੂ ਨੂੰ ਸਹਿਣੇ ਪਏ, ਉਸ ਨਫ਼ਰਤ ਦਾ ਸ਼ਿਕਾਰ ਹੋਇਆ ਭਗਤ ਧਰੂ। ਮਾਂ ਨੂੰ ਇੱਕੋ ਸਵਾਲ ਪੁੱਛਿਆ, ਕਹਿੰਦੇ ਮਾਂ
ਇਹ ਕਿੱਦਾਂ ਹੋਵੇ ਕਿ ਜਿਹੜੇ ਮੇਰੇ ਦੁਸ਼ਮਣ ਨੇ, ਜਿਹੜੇ ਮੇਰੇ ਨਾਲ ਈਰਖਾ ਨਫ਼ਰਤ ਕਰਦੇ ਆ, ਇਹ ਮੇਰੇ ਮਿੱਤਰ ਕਿਵੇਂ ਬਣ। ਕਿਸ ਉਦਮ ਤੇ ਰਾਜ ਮਿਲੇ ਸਤਰੂ ਤੇ ਸਭ ਹੋਵਣ ਮੀਤਾ। ਕਿਹੜੇ ਉਦਮ ਸਦਕਾ ਮੈਨੂੰ ਇਹ ਰਾਜ ਮਿਲ ਸਕਦਾ ਤੇ ਮੇਰੇ ਜਿਹੜੇ ਦੁਸ਼ਮਣ ਨੇ ਇਹ ਮੇਰੇ ਮਿੱਤਰ ਬਣ ਸਕਦੇ ਆ। ਤੇ ਫਿਰ ਮਾਂ ਜਿਹੜੀ ਬੜੀ ਸਿਆਣੀ ਸੀ, ਮਾਂ ਕਹਿੰਦੀ ਪੁੱਤਰਾ ਇੱਕੋ ਕਰਮ ਹੈ ਜਿਹਦੇ ਨਾਲ ਸਭ ਕੁਝ ਮਿਲ ਸਕਦਾ ਹੈ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਆ, ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਤਿਤ ਪੁਨੀਤਾ। ਕਹਿੰਦੇ ਮਾਂ ਨੇ ਇੱਕੋ ਸਿੱਖਿਆ ਦਿੱਤੀ ਕਿ ਜੇ ਰਾਜ ਲੈਣਾ ਤਾਂ ਵੀ ਪਰਮਾਤਮਾ ਦੀ ਬੰਦਗੀ, ਉਹਦਾ ਨਾਮ। ਜੇ ਦੁਸ਼ਮਣਾਂ ਨੂੰ ਮਿੱਤਰ ਬਣਾਉਣਾ ਫਿਰ ਵੀ ਉਸ ਪਰਮਾਤਮਾ ਦਾ ਨਾਮ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੂੰ ਕਹਿੰਦੇ ਆ, ਹਰ ਸਿਮਰਤ ਤੇਰੀ ਜਾਏ ਬੁਲਾਏ। ਫਿਰ ਐਸਾ ਸਿਮਰਨ ਭਗਤ ਧਰੂ ਨੇ ਕੀਤਾ ਤੇ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਲਿਖਦੇ ਆ, ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਕਹਿੰਦੇ ਉਹ ਅਟਲ ਰਾਜ ਦਾ ਮਾਲਕ ਬਣ ਗਿਆ। ਕਿਸ ਸਦਕਾ? ਹਰ ਸਿਮਰਤ ਤੇਰੀ ਜਾਏ ਬੁਲਾਏ। ਉਹ ਸਾਰੀਆਂ ਬਲਾਵਾਂ ਵੀ ਖਤਮ ਹੋ ਗਈਆਂ, ਮਤਰੀ ਵਾਲਾ ਕੰਮ ਵੀ ਖਤਮ ਹੋ ਗਿਆ, ਜਿਹੜੇ ਦੁਸ਼ਮਣ ਸੀ ਉਹ ਵੀ ਖਤਮ ਹੋ ਗਏ। ਦੂਜੀ ਉਦਾਹਰਣ ਭਾਈ ਗੁਰਦਾਸ ਸਾਹਿਬ ਜੀ ਦੂਜੀ ਉਦਾਹਰਣ ਦਿੰਦੇ ਆ ਭਗਤ ਪ੍ਰਹਿਲਾਦ ਦੀ। ਘਰ ਹਰਨਾਕਸ਼ ਦੈਂਤ ਦੇ ਕਲਰ ਕਮਲ ਭਗਤ ਪ੍ਰਹਿਲਾਦ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਕਿਹੜੀਆਂ ਕਿਹੜੀਆਂ ਬਲਾਵਾਂ ਤੂੰ ਖਤਮ ਕਰ ਸਕਦਾ, ਪਰ ਉਹਦੇ ਵਾਸਤੇ ਤੈਨੂੰ ਜਪਣਾ ਪੈਣਾ, ਉਹਦੇ ਵਾਸਤੇ ਸ਼ੁਕਰਾਨੇ ਦੇ ਵਿੱਚ ਆਉਣਾ ਪੈਣਾ, ਉਹਦੇ ਵਾਸਤੇ ਧੰਨਵਾਦੀ ਬਣਨਾ ਪੈਣਾ। ਸ਼ੰਕਾਵਾਦੀ ਤਰਕਵਾਦੀ ਨਹੀਂ, ਧੰਨਵਾਦੀ ਬਣਨਾ ਪੈਣਾ। ਭਾਈ ਗੁਰਦਾਸ ਜੀ ਕਹਿੰਦੇ ਘਰ ਹਰਨਾਕਸ਼ ਦੈਂਤ ਦੇ ਕਲਰ ਕਮਲ ਭਗਤ ਪ੍ਰਹਿਲਾਦ। ਹੁਣ ਪ੍ਰਹਿਲਾਦ ਦੀ ਉਮਰ ਵੀ 5 ਸਾਲ ਦੀ ਹੈ। ਸਭ ਤੋਂ ਵੱਡੀ ਬਲਾ ਕੀ ਸੀ? ਉਹਦਾ ਖੁਦ ਦਾ ਪਿਓ, ਜਿਹੜਾ ਉਹਦਾ ਵਿਰੋਧੀ ਬਣ ਗਿਆ ਕਿ ਤੂੰ ਨਾਮ ਜਪਣਾ ਤੇ ਮੇਰਾ ਜਪ, ਰੱਬ ਕੋਈ ਨਹੀਂ ਹੈ। ਦੂਜੀ ਸਭ ਤੋਂ ਵੱਡੀ ਬਲਾ ਉਹਦੀ ਭੂਆ, ਜਿਹਨੇ ਆਪਣੀ ਗੋਦੀ ਵਿੱਚ ਬਿਠਾ ਕੇ ਉਹਨੂੰ ਸਾੜਨ ਦਾ ਯਤਨ ਕੀਤਾ। ਅੱਗ ਦੇ ਵਿੱਚ, ਜਲ ਦੇ ਵਿੱਚ ਡੋਬਿਆ, ਅੱਗ ਦੇ ਵਿੱਚ ਸਾੜਨ ਦਾ ਯਤਨ ਕੀਤਾ। ਆਪਾਂ ਪਹਿਲਾਂ ਵੀ ਸੁਣਿਆ ਕਿਹੜੀ ਕਿਹੜੀ ਕੋਸ਼ਿਸ਼ ਨਹੀਂ ਕੀਤੀ, ਪਰ ਉਹਨੇ ਐਸਾ ਸਿਮਰਨ ਕੀਤਾ ਜਿਸ ਸਿਮਰਨ ਦੇ ਵਿੱਚੋਂ ਖੁਦ ਖੁਦਾ ਨੂੰ, ਖੁਦ ਪਰਮਾਤਮਾ ਨੂੰ ਪ੍ਰਗਟ ਹੋਣਾ ਪਿਆ, ਜਿਹਦੀ ਭਾਵਤ ਸਤਿਗੁਰੂ ਜੀ ਨੇ ਸ਼ਬਦ ਲਿਖੇ। ਪਾਤਸ਼ਾਹ ਕਹਿੰਦੇ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਅਖੀਰਲੀ ਪੰਕਤੀ ਜਿਹੜੀ ਬੜੀ ਵਿਚਾਰਨ ਵਾਲੀ ਹੈ। ਪਾਤਸ਼ਾਹ ਕਹਿੰਦੇ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਕਹਿੰਦੇ ਇਸ ਸਿਮਰਨ ਦੇ ਵਿੱਚ ਤਾਕਤ ਹੈ। ਤੂੰ ਬੜਾ ਕੁਝ ਇਕੱਠਾ ਕੀਤਾ। ਪਾਤਸ਼ਾਹ ਕਹਿੰਦੇ ਦੁਨੀਆ ਦੇ ਵਿੱਚ ਬੜੇ ਝਮੇਲਿਆਂ ਦੇ ਵਿੱਚ ਫਸਿਆ, ਮਕਾਨ ਵੱਡੇ ਵੱਡੇ ਬਣਾਏ, ਉੱਚੇ ਮੰਦਰ, ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਪਾਤਸ਼ਾਹ ਕਹਿੰਦੇ ਬੜਾ ਕੁਝ ਇਕੱਤਰ ਕੀਤਾ, ਇਹ ਗਲਤ ਨਹੀਂ, ਪਰ ਤੇਰੀ ਸੋਚ ਦੇ ਵਿੱਚ ਪਾਤਸ਼ਾਹ ਕਹਿੰਦੇ ਕਮੀ ਆ ਗਈ। ਇਹ ਸਾਰਾ ਕੁਝ ਜਿਹੜਾ ਇਕੱਠਾ ਕੀਤਾ ਸੀ ਨਾ, ਉਹ ਇਸੇ ਦੁਨੀਆ ਤੱਕ ਸੀਮਤ ਹੈ, ਇਸ ਸੰਸਾਰ ਤੱਕ ਸੀਮਤ ਹੈ, ਇਸ ਤੋਂ ਅੱਗੇ ਦੀ ਚੀਜ਼ ਨਹੀਂ। ਜਿਵੇਂ ਜੇ ਆਪਾਂ ਸਮਝੀਏ ਜਿਹੜੇ ਇਸ ਦੇਸ਼ ਦੇ ਕਾਗਜ਼ ਪੱਤਰ ਹੈ ਨਾ, ਉਹ ਇਸ ਦੇਸ਼ ਦੇ ਵਿੱਚ ਹੀ ਚੱਲਦੇ ਆ। ਇਸ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਕੀਤੀ ਨੌਕਰੀ ਦੀ ਕਦਰ ਪੰਜਾਬ ਵਿੱਚ ਹੀ ਹੈ। ਜੇ ਤੂੰ ਕਵੇਂ ਉਹਨੂੰ ਕੈਨੇਡਾ ਜਾ ਕੇ ਵੀ ਤੇਰੀ ਪੁਲਿਸ ਦੀ ਨੌਕਰੀ ਕੰਮ ਕਰੇ, ਨਹੀਂ ਕਰਦੀ, ਕਿਉਂਕਿ ਉੱਥੇ ਕਾਨੂੰਨ ਵੱਖਰੇ ਆ। ਅਮਰੀਕਾ ਜਾ ਕੇ ਤੂੰ ਕਵੇਂ ਕਿ ਤੇਰੀ ਇੱਥੋਂ ਦੀ ਨੌਕਰੀ ਤੂੰ ਉੱਥੇ ਜਾ ਕੇ ਕਰਦੇ, ਉੱਥੇ ਤੇਰੇ ਕੰਮ ਆ ਜਾਵੇ, ਤੇ ਨਹੀਂ ਆਉਂਦੀ, ਕਿਉਂਕਿ ਉੱਥੋਂ ਦਾ ਸਿਧਾਂਤ, ਉੱਥੋਂ ਦੇ ਕਾਨੂੰਨ ਵੱਖਰੇ ਆ। ਪਾਤਸ਼ਾਹ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਤੇਰੇ ਇੱਥੇ ਜੋੜਿਆ ਹੋਇਆ ਧਨ, ਇੱਥੇ ਜੋੜੀ ਹੋਈ ਪ੍ਰਾਪਰਟੀ, ਇੱਥੇ ਕੀਤਾ ਹੋਇਆ ਸਭ ਕੁਝ ਇਕੱਤਰ, ਸਤਿਗੁਰੂ ਕਹਿੰਦੇ ਉਸ ਦਰਗਾਹ ਦੇ ਵਿੱਚ ਕੰਮ ਨਹੀਂ ਆਉਂਦਾ। ਪਰ ਸਤਿਗੁਰੂ ਕਹਿੰਦੇ ਇਹ ਸਿਮਰਨ ਐਸੀ ਤਾਕਤ ਹੈ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਕਹਿੰਦੇ ਇਹ ਕਿਸੇ ਵੀ ਜਹਾਨ ਦੇ ਵਿੱਚ ਚੱਲ ਜਾ, ਜੇ ਇੱਥੇ ਕਮਾਈ ਕਰੇਗਾ ਨਾ, ਫਿਰ ਸਤਿਗੁਰੂ ਕਹਿੰਦੇ ਜਿੱਥੇ ਬਲਾਵਾਂ ਖਤਮ ਹੋਣੀਆਂ ਨਾ, ਉੱਥੇ ਸਰਬ ਕਲਿਆਣ ਵਸੈ ਮਨ ਆਏ। ਕਲਿਆਣ ਕਹਿੰਦੇ ਆ ਸੁੱਖ ਨੂੰ, ਤੇ ਕਲਿਆਣ ਮੁਕਤੀ ਵਾਸਤੇ ਵੀ ਸ਼ਬਦ ਪਾਤਸ਼ਾਹ ਨੇ ਵਰਤਿਆ। ਸਤਿਗੁਰੂ ਕਹਿੰਦੇ ਮੁਕਤੀ ਵੀ ਮਿਲਦੀ ਹੈ ਤੇ ਸਰਬ ਕਲਿਆਣ ਵਸੈ ਮਨ ਆਏ। ਕਦੇ ਨਾ ਖਤਮ ਹੋਣ ਵਾਲਾ ਉਹ ਸੁੱਖ, ਜਿਹਨੂੰ ਕੋਈ ਵੀ ਦੁੱਖ ਖਤਮ ਨਹੀਂ ਕਰ ਸਕਦਾ। ਪਾਤਸ਼ਾਹ ਕਹਿੰਦੇ ਉਹ ਸੁੱਖ ਤੇਰੇ ਮਨ ਅੰਦਰ ਵਸ ਜਾਂਦਾ ਹੈ।
ਭਜ ਮਨ ਮੇਰੇ ਏਕੋ ਨਾਮ। ਇਸ ਕਰਕੇ ਸਤਿਗੁਰੂ ਕਹਿੰਦੇ ਫਿਰ ਭਜ ਮਨ ਮੇਰੇ, ਭਜ ਕਹਿੰਦੇ ਆ ਜਪਣਾ, ਚਿੰਤਨ ਕਰਨਾ, ਸਿਮਰਨ ਕਰਨਾ, ਵਾਰ-ਵਾਰ ਉਹਨੂੰ ਅਭਿਆਸ ਕਰਨਾ। ਭਜ ਮਨ ਮੇਰੇ ਏਕੋ ਨਾਮ। ਏਕੋ ਨਾਮ ਕੀ ਹੈ? ਪਾਤਸ਼ਾਹ ਕਹਿੰਦੇ ਜੋ ਤੈਨੂੰ ਬਖਸ਼ਿਸ਼ ਕੀਤਾ ਤੇਰੇ ਗੁਰੂ ਨੇ। ਨਾਮ ਦੀ ਪਰਿਭਾਸ਼ਾ ਪਹਿਲਾਂ ਆਪਾਂ ਸੁਣੀ ਹੈ, ਸ਼ੁਕਰਾਨਾ, ਧੰਨਵਾਦ। ਪਰ ਜੇ ਆਪਾਂ ਕਹੀਏ ਜਪਣਾ ਕੀ ਹੈ, ਫਿਰ ਪਾਤਸ਼ਾਹ ਕਹਿੰਦੇ ਤੈਨੂੰ ਮੂਲ ਮੰਤਰ ਦੀ ਦਾਤ ਬਖਸ਼ਿਸ਼ ਕੀਤੀ, ਗੁਰਮੰਤਰ ਦੀ ਦਾਤ ਬਖਸ਼ਿਸ਼ ਕੀਤੀ, ਸ਼ੁਕਰਾਨੇ ਦੀ ਦਾਤ ਬਖਸ਼ਿਸ਼ ਕੀਤੀ। ਭਜ ਮਨ ਮੇਰੇ ਏਕੋ ਨਾਮ। ਉਸ ਇੱਕ ਪਰਮਾਤਮਾ ਦੇ ਨਾਮ ਨੂੰ ਸਿਮਰਨਾ ਕਰ। ਜਿਯ ਤੇਰੇ ਕੈ ਆਵੈ ਕਾਮ। ਜੀਅ ਤੋਂ ਭਾਵ ਜੀਵ, ਤੇਰੀ ਅੰਦਰਲੀ ਜਿਹੜੀ ਜਿੰਦ ਹੈ, ਜਿਹਨੇ ਅੱਗੇ ਦਾ ਸਫ਼ਰ ਤੈਅ ਕਰਨਾ, ਜਿਹੜੀ ਅਗਲੇ ਦੇਸ਼ ਦੀ ਗੱਲ ਆਪਾਂ ਕਰਦੇ ਆ ਨਾ, ਜਿਹਨੂੰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਸੁਖਮਣੀ ਸਾਹਿਬ ਦੇ ਵਿੱਚ ਸਮਝਾਉਂਦੇ ਆ। ਪਾਤਸ਼ਾਹ ਕਹਿੰਦੇ ਜਹਾਂ ਪੰਥ ਤੇਰਾ ਕੋ ਨਾ ਸਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਜਹ ਮਹਾ ਭਿਆਨ ਤਪਤ ਬਹੁ ਕਾਮ, ਤਹਿ ਹਰ ਕੇ ਨਾਮ ਕੀ ਤੁਮ ਊਪਰ ਛਾਮ। ਜਹਾਂ ਤ੍ਰਿਖਾ ਮਨ ਤੁਝ ਆਕਰਖੈ, ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ। ਇਹ ਉਸ ਦੇਸ਼ ਦੀ ਗੱਲ ਹੈ, ਉਸ ਅਗਲੇ ਸਫ਼ਰ ਦੀ ਗੱਲ ਹੈ। ਪਾਤਸ਼ਾਹ ਕਹਿੰਦੇ ਜਿਹੜਾ ਸਫ਼ਰ ਤੇਰੀ ਜਿੰਦ ਨੇ ਤੈਅ ਕਰਨਾ ਹੈ। ਹੁਣ ਤੂੰ ਸੋਚ ਕੇ ਪਾਪਾਂ ਦਾ ਭਾਰ ਲੈ ਕੇ, ਸਿਰ ਦੇ ਉੱਪਰ ਬੋਝ ਲੈ ਕੇ ਅਗਲਾ ਸਫ਼ਰ ਤੈਅ ਕਰਨਾ, ਜਾਂ ਫਿਰ ਬੰਦ ਖਲਾਸੀ ਪਾਣਾ ਹੋਏ ਉਸ ਮਾਲਕ ਦੇ ਹੁਕਮ ਅੰਦਰ ਇਹਨਾਂ ਪਾਪਾਂ ਤੋਂ, ਇਹਨਾਂ ਗੁਨਾਹਾਂ ਤੋਂ, ਇਹਨਾਂ ਮਾੜੇ ਕਰਮਾਂ ਤੋਂ ਬੰਦ ਖਲਾਸੀ ਲੈਣੀ ਹੈ। ਕਿਉਂਕਿ ਜੇ ਜੀਵ ਹਲਕਾ ਹੋਊਗਾ ਤੇ ਸਫ਼ਰ ਚੰਗ ਪਹਾੜ ਤੇ ਚੜ੍ਹਨਾ ਹੋਵੇ ਨਾ, ਜਿੰਨਾ ਘੱਟ ਭਾਰ ਹੋਊਗਾ ਓਨਾ ਸੌਖਾ ਚੜ੍ਹਿਆ ਜਾ ਸਕਦਾ ਹੈ। ਜੇ ਬੋਝ ਹੋਵੇਗਾ ਉੱਪਰ 8-10 ਕਿਲੋ 15-20 ਕਿਲੋ ਭਾਰ ਚੱਕਿਆ ਹੋਵੇਗਾ ਤੇ ਚੜ੍ਹਨਾ ਉਨਾ ਹੀ ਜ਼ਿਆਦਾ ਔਖਾ ਹੋਵੇਗਾ। ਸਤਿਗੁਰੂ ਕਹਿੰਦੇ ਹਰ ਸਿਮਰਤ ਤੇਰੀ ਜਾਏ ਬਲਾਏ। ਇਹ ਬਲਾਵਾਂ ਦਾ ਜਿੰਨਾ ਬੋਝ ਹੈ, ਭਾਰ ਹੈ, ਸਤਿਗੁਰੂ ਕਹਿੰਦੇ ਸਿਮਰਨ ਕੀਤੇ ਹੀ ਖਤਮ ਹੋਣਾ। ਤੇ ਇਹ ਸਿਮਰਨ ਐਸਾ ਭਜ ਮਨ ਮੇਰੇ ਏਕੋ ਨਾਮ, ਜੀ ਤੇਰੇ ਕੈ ਆਵੈ ਕਾਮ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਕਹਿੰਦੇ ਇਹ ਅੱਗੇ ਵੀ ਕੰਮ ਹੋਣੇ। ਧਨ ਮਾਲ ਬੜਾ ਇਕੱਠਾ ਕੀਤਾ, ਕੋਠੀਆਂ ਵੱਡੀਆਂ ਮਹਿੰਗੀਆਂ ਬਣਾਈਆਂ, ਹੋਰ ਸਭ ਕੁਝ ਪ੍ਰਾਪਰਟੀ, ਜਿੰਨਾ ਕੁਝ ਦਿਖਦਾ, ਪਾਤਸ਼ਾਹ ਕਹਿੰਦੇ ਬੜਾ ਕੁਝ ਕੀਤਾ, ਪਰ ਇਹ ਸਮਝ ਨਹੀਂ ਰੱਖੀ ਕਿ ਇਹ ਸਾਰਾ ਕੁਝ ਇਸ ਸੰਸਾਰ ਦਾ ਹੀ ਹੈ, ਇਸ ਤੋਂ ਅੱਗੇ ਨਹੀਂ ਜਾ ਸਕਦਾ। ਅੱਗੇ ਜੇ ਜਾਵੇਗਾ ਤੇ ਪਾਤਸ਼ਾਹ ਕਹਿੰਦੇ ਜੀ ਤੇਰੇ ਕੈ ਆਵੈ ਕਾਮ। ਜਿੱਥੇ ਤੇਰੀ ਪਛਾਣ ਵਾਲਾ ਕੋਈ ਨਹੀਂ ਹੋਣਾ, ਉੱਥੇ ਮਾਲਕ ਦਾ ਨਾਮ ਪਛਾਣ ਵਾਲਾ ਬਣੇਗਾ। ਜਿੱਥੇ ਵਿਕਾਰਾਂ ਦੀ ਧੁੱਪ ਹੋਣੀ ਹੈ, ਉੱਥੇ ਨਾਮ ਦੀ ਛਾਂ ਹੋਣੀ ਹੈ। ਜਿੱਥੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਹ ਮਹਾ ਭਿਆਨ ਤਪਤ ਬਹੁ ਕਾਮ, ਤਹ ਹਰ ਕੇ ਨਾਮ ਕੀ ਤੁਝ ਉਪਰ ਛਾਮ। ਜਹਾਂ ਤ੍ਰਿਖਾ ਮਨ ਤੁਝ ਆਕਰਖੈ, ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ। ਜਿੱਥੇ ਤੈਨੂੰ ਬੜੀ ਪਿਆਸ ਲੱਗੇਗੀ, ਕੁਝ ਵੀ ਤੈਨੂੰ ਮਿਲਣਾ ਨਹੀਂ, ਪਾਤਸ਼ਾਹ ਕਹਿੰਦੇ ਉੱਥੇ ਨਾਮ ਦੀ, ਉੱਥੇ ਅੰਮ੍ਰਿਤ ਰੂਪੀ ਨਾਮ ਦੀ ਵਰਖਾ ਹੋਵੇਗੀ, ਜੇ ਤੂੰ ਜਪਿਆ ਹੋਵੇਗਾ। ਇਸ ਕਰਕੇ ਪਾਤਸ਼ਾਹ ਕਹਿੰਦੇ ਇਹ ਸਮਝਣਾ ਕਰ, ਇਹ ਨਾਮ ਜਪਿਆ ਤੇਰੇ ਅਗਲੇ ਸਫ਼ਰ ਦਾ ਸਾਥੀ ਬਣੇਗਾ। ਇਸ ਕਰਕੇ ਪਾਤਸ਼ਾਹ ਕਹਿੰਦੇ ਹਰ ਜਪਦਿਆਂ ਖਿਨ ਢਿਲ ਨਾ ਕੀਚਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੋ ਆਵੈ ਕਿ ਨਾ ਆਵੈ ਰਾਮ। ਸਾਰੀਆਂ ਚੀਜ਼ਾਂ ਦੇ ਸਮੇਂ ਤੈਅ ਕੀਤੇ, ਰੋਟੀ ਖਾਣ ਦਾ ਸਮਾਂ ਤੈਅ ਕੀਤਾ, ਪਾਣੀ ਪੀਣ ਦਾ ਸਮਾਂ ਤੈਅ ਕੀਤਾ, ਸੈਰ ਕਰਨ ਦਾ ਸਮਾਂ ਤੈਅ ਕੀਤਾ, ਨੌਕਰੀ ਦਾ ਸਮਾਂ ਤੈਅ ਕੀਤਾ, ਖੇਤੀ ਦਾ ਸਮਾਂ ਤੈਅ ਕੀਤਾ, ਹਰ ਇੱਕ ਚੀਜ਼ ਨੂੰ ਸਮੇਂ ਦੇ ਮੁਤਾਬਕ ਬੰਨਿਆ। ਪਰ ਸਤਿਗੁਰੂ ਕਹਿੰਦੇ ਇੱਕ ਸਮਾਂ ਉਸ ਮਾਲਕ ਨੇ ਬੰਨਿਆ ਹੋਇਆ, ਜਿਸ ਸਮੇਂ ਦੀ ਗੱਲ ਆਪਾਂ ਆਰੰਭਤਾ ਵਿੱਚ ਕੀਤੀ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇ। ਜਿਤ ਦਿਹਾੜੈ ਧਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀਂਦਾ ਮੂੰਹ ਦਿਖਾਲੇ ਆਏ। ਕਹਿੰਦੇ ਸੱਜਣਾ ਇੱਕ ਸਮਾਂ ਉਸ ਮਾਲਕ ਨੇ ਤੈਅ ਕੀਤਾ ਹੋਇਆ, ਉਹ ਸਮਾਂ ਹੈ ਮੌਤ ਦਾ। ਤੇ ਤੂੰ ਸਭ ਕੁਝ ਉਸ ਪਰਮਾਤਮਾ ਤੋਂ ਪੁੱਛ ਲਿਆ, ਪਰ ਪਰਮਾਤਮਾ ਨੇ ਇੱਕ ਚੀਜ਼ ਤੈਨੂੰ ਦੱਸੀ ਨਹੀਂ, ਤੇਰੀ ਮੌਤ ਕਿਦਣ ਆਉਣੀ ਹੈ, ਕਦੋਂ ਵੀ ਆ ਸਕਦੀ ਹੈ।
ਤੇਥੋਂ ਓਲਾ ਰੱਖਿਆ, ਤੇਥੋਂ ਲੁਕੋ ਕੇ ਉਸ ਮਾਲਕ ਨੇ ਰੱਖਿਆ। ਕਿਉਂ? ਕਿਉਂਕਿ ਪਾਤਸ਼ਾਹ ਕਹਿੰਦੇ ਤੇਰੇ ਸਿਰ ਦੇ ਉੱਪਰ ਇਹ ਡੰਡਾ ਵੱਜਦਾ ਰਵੇ ਕਿ ਮੈਂ ਮਰਨਾ। ਜੇ ਤੈਨੂੰ ਇਹ ਪਤਾ ਕਿ ਮੇਰੇ ਕੋਲ 10 ਸਾਲ ਪਏ ਆ, ਤੂੰ ਸੁੱਤੇ ਲਗਾ ਦੇਣੇ ਆ। ਪਰ ਜੇ ਤੈਨੂੰ ਪਤਾ ਕਿਹੜੇ 10 ਸਾਲ ਕਿਹੜੇ 15 ਸਾਲ ਮੌਤ ਤੇ ਅੱਜ ਵੀ ਆ ਸਕਦੀ ਹੈ, ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਾ ਕੋ ਲਾਗੇ ਠਣਕਾ। ਘੱਟੋ ਘੱਟ ਪਾਤਸ਼ਾਹ ਕਹਿੰਦੇ ਉਦਮ ਤੇ ਕਰੇਗਾ ਨਾ, ਜੇ ਤੈਨੂੰ ਚੇਤਾ ਹੋਵੇਗਾ, ਜੇ ਤੈਨੂੰ ਯਾਦ ਹੋਵੇਗਾ। ਇਸੇ ਕਰਕੇ ਪਾਤਸ਼ਾਹ ਕਹਿੰਦੇ ਹਰ ਜਪਦਿਆਂ ਖਿਨ ਢਿੱਲ ਨਾ ਕੀਚਈ ਮੇਰੀ ਜਿੰਦੜੀਏ, ਮੱਤ ਕੇ ਜਾਪੈ ਸਾਹੋ ਆਵੈ ਕੇ ਨਾ ਆਵੈ ਰਾਮ। ਉਸ ਮੌਤ ਦੇ ਆਉਣ ਤੋਂ ਪਹਿਲਾਂ ਪਾਤਸ਼ਾਹ ਕਹਿੰਦੇ ਇਸ ਪਦਾਰਥ ਨੂੰ ਇਕੱਠਾ ਕਰ ਲੈ ਜਿਹੜਾ ਤੇਰੀ ਜਿੰਦ ਦਾ ਆਸਰਾ ਬਣਨਾ ਹੈ। ਰਹਾਉ ਰੈਣ ਦਿਨਸ ਗੁਣ ਗਾਓ ਅਨੰਤਾ। ਤੇ ਪਾਤਸ਼ਾਹ ਅੱਗੇ ਵਿਸ਼ਰਾਮ ਦੇ ਕੇ ਕਹਿੰਦੇ ਰੈਣ ਦਿਨਸ ਦਿਨ ਰਾਤ ਗੁਣ ਗਾਓ ਅਨੰਤਾ। ਉਸ ਬੇਅੰਤ ਮਾਲਕ ਦੇ ਗੁਣ ਗਾਉਣੇ ਕਰ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਤੇਰੇ ਕਿਆ ਗੁਣ ਆਖ ਬਖਾਣਾ। ਉਸ ਬੇਅੰਤ ਪ੍ਰਭੂ ਨੂੰ ਪਰਮੇਸ਼ਰ ਨੂੰ ਸਿਮਰਨਾ ਕਰ। ਗੁਰਪੂਰੇ ਕਾ ਨਿਰਮਲ ਮੰਤਾ। ਸਤਿਗੁਰੂ ਜੀ ਕਹਿੰਦੇ ਇਹੀ ਗੁਰੂ ਪੂਰੇ ਗੁਰੂ ਦਾ ਮੰਤਰ ਹੈ, ਇਹ ਨਿਰਮਲ ਮੰਤਰ ਹੈ। ਦੁਨੀਆ ਦੇ ਵਿੱਚ ਜਾਦੂ ਟੂਣੇ ਬੜੇ ਚੱਲਦੇ ਆ, ਲੋਕਾਂ ਦਾ ਨੁਕਸਾਨ ਕਰਨ ਵਾਸਤੇ ਬੜੇ ਜਾਦੂ ਟੂਣੇ ਕਾਲੇ ਇਲਮ ਵਰਤੇ ਜਾਂਦੇ ਆ। ਕਿਸੇ ਦਾ ਨੁਕਸਾਨ ਕਰਨਾ, ਕਿਸੇ ਦੇ ਬੱਚਿਆਂ ਦਾ ਨੁਕਸਾਨ ਕਰਨਾ, ਚੱਲਦਾ ਹੈ ਨਾ ਸਾਰਾ ਕੁਝ, ਕਰਾਉਂਦੇ ਵੀ ਆਪਣੇ ਵਾਲੇ ਹੀ ਆ। ਪਰ ਸਤਿਗੁਰੂ ਕਹਿੰਦੇ ਉਹਦਾ ਜਿਹੜਾ ਸਿੱਟਾ ਹੈ ਨਾ, ਉਹਦਾ ਜਿਹੜਾ ਨਤੀਜਾ ਇੱਕ ਦਿਨ ਆਪੇ ਬੀਜ ਆਪੇ ਹੀ ਖਾਹੋ, ਉਹਨੂੰ ਖੁਦ ਨੂੰ ਭੁਗਤਣਾ ਪੈਂਦਾ ਜਿਹੜਾ ਐਸਾ ਕਰਦਾ ਹੈ। ਪਰ ਸਤਿਗੁਰੂ ਕਹਿੰਦੇ ਜਿਹੜਾ ਗੁਰੂ ਪੂਰੇ ਦਾ ਮੰਤਰ ਹੈ ਨਾ, ਮੂਲ ਮੰਤਰ ਹੈ, ਵਾਹਿਗੁਰੂ ਮੰਤਰ ਹੈ, ਉਸ ਮਾਲਕ ਦਾ ਸ਼ੁਕਰਾਨਾ ਕਹਿੰਦੇ ਇਹ ਬੜਾ ਨਿਰਮਲ ਹੈ। ਇਹਨੂੰ ਕਿਸੇ ਦੇ ਨੁਕਸਾਨ ਵਾਸਤੇ ਨਹੀਂ ਵਰਤਿਆ ਜਾਂਦਾ। ਪਾਤਸ਼ਾਹ ਕਹਿੰਦੇ ਇਹਨੂੰ ਕਿਸੇ ਦੇ ਉਧਾਰ ਵਾਸਤੇ ਵਰਤਿਆ ਜਾਂਦਾ ਹੈ। ਤੇ ਜਿਹੜਾ ਵਰਤਦਾ ਹੈ ਫਿਰ ਪਾਤਸ਼ਾਹ ਕਹਿੰਦੇ ਉਹਦਾ ਖੁਦ ਦਾ ਉਧਾਰ ਵੀ ਹੁੰਦਾ ਹੈ ਤੇ ਉਹਦੇ ਜ਼ਰੀਏ ਹੋਰਾਂ ਦਾ ਵੀ ਉਧਾਰ ਹੁੰਦਾ ਹੈ। ਗੁਰਪੂਰੇ ਕਾ ਨਿਰਮਲ ਮੰਤਾ। ਪਾਤਸ਼ਾਹ ਕਹਿੰਦੇ ਇਹ ਬੜਾ ਨਿਰਮਲ ਮੰਤ ਹੈ। ਛੋੜ ਉਪਾਵ ਏਕ ਟੇਕ ਰਾਖ। ਇਸ ਕਰਕੇ ਇਹ ਬਾਧੂ ਦੀਆਂ ਟੇਕਾਂ ਛੱਡ ਕੇ, ਬਾਧੂ ਦੇ ਯਤਨ ਛੱਡ ਕੇ, ਥਾਂ ਥਾਂ ਤੇ ਆਪਣੀਆਂ ਪਤਰੀਆਂ ਬਚਾਉਣ ਤੋਂ ਬਾਅਦ ਪਾਤਸ਼ਾਹ ਕਹਿੰਦੇ ਇਸ ਸਭ ਕੁਝ ਨੂੰ ਛੱਡ ਕੇ ਇੱਕ ਮਾਲਕ ਤੇ ਟੇਕ ਰੱਖ ਲੈ। ਛੋੜ ਉਪਾਵ ਏਕ ਟੇਕ ਰੱਖ। ਮਾਲਕ ਤੋਂ ਬਿਨਾਂ ਕੋਈ ਕਿਸੇ ਨੂੰ ਦੇਣ ਵਾਲਾ ਨਹੀਂ। ਜੇ ਇਹ ਇੰਨੀ ਸੁੱਖ ਦੇਣ ਵਾਲੇ ਹੁੰਦੇ ਤੇ ਪਾਤਸ਼ਾਹ ਕਹਿੰਦੇ ਆਪਣੇ ਘਰਾਂ ਦੇ ਵਿੱਚ ਸੁੱਖ ਪਾ ਲੈਂਦੇ। ਇਹ ਤੇ ਸਭ ਤੋਂ ਵੱਧ ਦੁਖੀ ਹੈ। ਕੌਣ ਕਿਸੇ ਦੇ ਘਰ ਸੁੱਖ ਦੇ ਸਕਦਾ ਹੈ? ਮਾਲਕ ਤੋਂ ਬਿਨਾਂ ਪਾਤਸ਼ਾਹ ਕਹਿੰਦੇ ਕੋਈ ਨਹੀਂ। ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ, ਇੱਕ ਹੈ ਭਗਵਾਨ ਅਵਰ ਕਾਜ ਤੇਰਾ ਕਿਸੇ ਨ ਕਿਤੇ ਨ ਕਾਮ ਮਿਲ ਸਾਧ ਸੰਗਤ, ਭਜ ਕੇਵਲ ਨਾਮ ਛੋੜ ਉਪਾਵ ਏਕ ਟੇਕ ਰਾਖ। ਕਹਿੰਦੇ ਸਾਰੇ ਉਪਾਵ ਛੱਡ ਕੇ ਇੱਕ ਮਾਲਕ ਤੇ ਟੇਕ ਰੱਖਣੀ ਕਰ। ਮਹਾ ਪਦਾਰਥ ਅੰਮ੍ਰਿਤ ਰਸ ਚਾਖ। ਸਤਿਗੁਰੂ ਕਹਿੰਦੇ ਫਿਰ ਇਸੇ ਤਰ੍ਹਾਂ ਦੁਨੀਆ ਦੇ ਵਿੱਚੋਂ ਸ਼ੁਕਰਾਨਾ ਕਰਕੇ, ਜਿਵੇਂ ਇੱਕ ਗਾਂ ਦੇ ਬੱਚੇ ਦੀ ਉਦਾਹਰਣ ਭਗਤ ਨਾਮਦੇਵ ਜੀ ਨੇ ਦਿੱਤੀ ਹੈ। ਕਹਿੰਦੇ ਗਾਂ ਦਾ ਬੱਚਾ ਦੁੱਧ ਚੁੰਘਦਾ ਹੈ ਨਾ, ਥਨ ਚੋਖਤਾ ਮਾਖਨ ਕੂਟਲਾ, ਜੈਸੇ ਗਾਏ ਕਾ ਬਾਛਾ ਛੂਟਲਾ, ਥਨ ਚੋਖਤਾ ਮਾਖਨ ਕੂਟਲਾ। ਕਹਿੰਦੇ ਉਹ ਆਨੰਦ ਦੇ ਵਿੱਚ ਉਹਦਾ ਕਦੇ ਮੁਖ ਵੇਖਿਓ ਜਦੋਂ ਉਹ ਦੁੱਧ ਪੀਂਦਾ ਆਪਣੀ ਮਾਂ ਦਾ। ਕਹਿੰਦੇ ਬੜੇ ਆਨੰਦ ਦੇ ਵਿੱਚ ਉਸ ਦੁੱਧ ਨੂੰ ਪੀਂਦਾ, ਮੱਖਣ ਨੂੰ ਗਟ ਗਟ ਕੇ ਆਪਣੇ ਅੰਦਰ ਲੈ ਕੇ ਜਾਂਦਾ ਹੈ। ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਰੱਬ ਦਾ ਜਿਹੜਾ ਜਨ ਹੈ, ਬੰਦਗੀ ਕਰਨ ਵਾਲਾ, ਉਸ ਪਰਮੇਸ਼ਰ ਨਾਲ ਜੁੜਿਆ, ਉਹ ਪਾਤਸ਼ਾਹ ਕਹਿੰਦੇ ਮਹਾ ਪਦਾਰਥ ਅੰਮ੍ਰਿਤ ਰਸ ਚਾਖ ਉਸ ਬੱਚੇ ਦੇ ਵਾਂਗ ਕਹਿੰਦੇ ਆਨੰਦ ਦੇ ਨਾਲ ਇਸ ਦੁਨੀਆ ਦੇ ਵਿੱਚ ਰਹਿੰਦਾ ਹੋਇਆ ਇਸ ਮਾਲਕ ਦੇ ਬਣਾਏ ਹੋਏ ਪਦਾਰਥਾਂ ਦੇ ਵਿੱਚੋਂ ਉਸ ਅੰਮ੍ਰਿਤ ਰੂਪੀ ਨਾਮ ਨੂੰ ਚਖਣਾ ਕਰਦਾ, ਉਹਦੇ ਸ਼ੁਕਰਾਨੇ ਨੂੰ ਚਖਣਾ ਕਰਦਾ ਹੈ। ਬਿਖਮ ਸਾਗਰ ਤੇਈ ਜਨ ਤਰੇ। ਬਿਖਮ, ਬਿਖ ਸ਼ਬਦ ਜ਼ਹਿਰ ਵਾਸਤੇ ਵੀ ਵਰਤਿਆ ਗਿਆ। ਬਿਖਮ ਸ਼ਬਦ ਦਾ ਅਰਥ ਹੈ ਔਖਾ। ਕਹਿੰਦੇ ਜਿਹਨੇ ਇਦਾਂ ਉਸ ਮਾਲਕ ਦੇ ਨਾਮ ਨੂੰ ਸਮਝਿਆ, ਉਹਦੇ ਚਿੰਤਨ ਨੂੰ ਸਮਝਿਆ, ਉਹ ਸਹਿਜੇ ਹੀ ਇਸ ਔਖੇ ਸੰਸਾਰ ਨੂੰ ਤਰ ਗਏ। ਇਹ ਬੜਾ ਔਖਾ ਸੀ ਤਰਨਾ।
ਕਿਉਂਕਿ ਇਹਦੇ ਵਿੱਚ ਬੜੀਆਂ ਲਹਿਰਾਂ ਵਗਦੀਆਂ, ਈਰਖਾ ਦੀ, ਦਵੈਸ਼ ਦੀ, ਨਿੰਦਿਆ ਦੀ, ਕਾਮ ਦੀ, ਕ੍ਰੋਧ ਦੀ, ਅਹੰਕਾਰ ਦੀ। ਕਹਿੰਦੇ ਇਹਨਾਂ ਤੋਂ ਬਚਣਾ ਬੜਾ ਮੁਸ਼ਕਲ ਸੀ, ਪਰ ਉਹਨਾਂ ਨੇ ਇਹ ਬਿਖਮ ਸਾਗਰ ਨੂੰ ਤਰ ਲਿਆ। ਕਿਹਨਾਂ ਦੀ ਗੱਲ ਪਾਤਸ਼ਾਹ ਨੇ ਕੀਤੀ? ਨਾਨਕ ਜਾ ਕੋ ਨਦਰ ਕਰੀ। ਪਾਤਸ਼ਾਹ ਕਹਿੰਦੇ ਉਹਨਾਂ ਨੇ ਸੌਖਾ ਤਰ ਲਿਆ ਜਿਨ੍ਹਾਂ ਦੇ ਉੱਪਰ ਉਸ ਮਾਲਕ ਦੀ ਨਦਰ ਹੋ ਗਈ। ਕਿਉਂਕਿ ਪਾਤਸ਼ਾਹ ਜੀ ਦੇ ਬਾਬਨ ਬਚਨ ਨੇ ਨਾ, ਨਦਰ ਕਰੈ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹੋ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਵਾਇਆ। ਸਤਿਗੁਰ ਮਿਲਿਆ ਸੱਚ ਪਾਇਆ। ਕਿਉਂਕਿ ਗੁਰੂ ਕੀ ਨਦਰ ਵਿੱਚ ਅੰਮ੍ਰਿਤ ਹੈ। ਪਾਤਸ਼ਾਹ ਕਹਿੰਦੇ ਪਰ ਨਦਰ ਦਾ ਪਾਤਰ ਬਣਨਾ ਪੈਂਦਾ, ਭਾਗੀ ਬਣਨਾ ਪੈਂਦਾ। ਨੌਕਰੀ ਉਹਨੂੰ ਮਿਲਦੀ ਹੈ ਜਿਹੜਾ ਨੌਕਰੀ ਦੀ ਯੋਗਤਾ ਰੱਖਦਾ ਹੈ। ਡਾਕਟਰੀ ਉਹ ਕਰ ਸਕਦਾ ਜਿਹਨੇ ਡਾਕਟਰੀ ਦੀ ਪੜ੍ਹਾਈ ਕਰ ਲਈ, ਯੋਗਤਾ ਬਣਾ ਲਈ। ਖੇਤੀ ਉਹ ਕਰ ਸਕਦਾ ਜਿਹਦੇ ਅੰਦਰ ਯੋਗਤਾ ਹੈ, ਸਮਝ ਹੈ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਉਸ ਮਾਲਕ ਦੀ ਨਦਰ ਹੈ। ਨਦਰ ਦਾ ਪਾਤਰ ਬਣਨ ਵਾਸਤੇ ਅੰਦਰ ਯੋਗਤਾ ਪੈਦਾ ਕਰਨੀ ਪੈਂਦੀ ਹੈ। ਯੋਗਤਾ ਪੈਦਾ ਕੀਤੀ ਬਾਬਾ ਲਹਿਣਾ ਜੀ ਨੇ। ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਉਮਰ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕੀਤੀ। ਬ੍ਰਹਮ ਗਿਆਨੀ ਦਾ ਖਿਤਾਬ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਦਿੱਤਾ ਆਪਣੀ ਰਸਨਾ ਤੋਂ। ਇਕਲੌਤੇ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੂੰ ਬ੍ਰਹਮ ਗਿਆਨੀ ਕਿਹਾ, ਤੇ ਸਾਰੀ ਉਮਰ ਗੁਰੂ ਨਾਨਕ ਦੇ ਘਰ ਵਿੱਚ ਆਪਣੀ ਜ਼ਿੰਦਗੀ ਲਾ ਦਿੱਤੀ। ਸਿੱਖੀ ਦਾ ਮੁੱਢ ਕਿਹਾ ਗਿਆ, ਸਿੱਖੀ ਦਾ ਅੰਤ ਕਿਹਾ ਗਿਆ। ਉਸ ਤੋਂ ਬਾਅਦ ਭਾਈ ਬਾਲਾ ਤੇ ਭਾਈ ਮਰਦਾਨਾ ਸਾਰੀ ਉਮਰ ਧੰਨ ਗੁਰੂ ਨਾਨਕ ਸਾਹਿਬ ਜੀ ਨਾਲ ਲਾਈ ਸੇਵਾ ਦੇ ਵਿੱਚ। 52-53 ਸਾਲ ਭਾਈ ਮਰਦਾਨਾ ਜੀ ਨੇ ਰਵਾਬ ਵਜਾਈ ਗੁਰੂ ਨਾਨਕ ਸਾਹਿਬ ਪਾਤਸ਼ਾਹ ਨਾਲ। ਪਰ ਦੂਜੇ ਪਾਸੇ ਧੰਨ ਬਾਬਾ ਲਹਿਣਾ ਜੀ ਜਿਨ੍ਹਾਂ ਨੇ ਸਿਰਫ 7.5 ਸਾਲ ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ, ਪਰ ਉਹ 7.5 ਸਾਲ ਦੇ ਵਿੱਚ ਐਸਾ ਹੁਕਮ ਕਮਾਇਆ, ਜਦੋਂ ਧਾਨਕ ਰੂਪ ਧਾਰਨ ਕੀਤਾ ਸੀ ਨਾ, ਉਦੋਂ ਫਿਰ ਸਭ ਚਲੇ ਗਏ। ਇਕਲੌਤੇ ਬਾਬਾ ਲਹਿਣਾ ਜੀ ਰਹਿ ਗਏ ਜਿਨ੍ਹਾਂ ਨੇ ਕਿਹਾ, ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾ ਮੇਰਾ ਕੋਈ ਹੈ ਹੀ ਨਹੀਂ, ਮੈਂ ਜਾਵਾਂ ਕਿੱਥੇ। ਜਿਹਦੇ ਘਰ ਸੀ ਉਹ ਵਾਪਸ ਮੁੜ ਗਏ। ਜਿਨ੍ਹਾਂ ਦਾ ਅੱਗਾ ਪਿੱਛਾ ਕੁਝ ਸੀ ਉਹਨਾਂ ਨੇ ਜਾ ਕੇ ਉਸ ਪਾਸੇ ਟੇਕ ਲੈ ਲਈ, ਮੈਂ ਕਿੱਥੇ ਲਵਾਂ, ਮੇਰਾ ਤੇ ਤੇਰੇ ਬਿਨਾ ਹੈ ਹੀ ਕੋਈ ਨਹੀਂ। 7.5 ਸਾਲ ਦੇ ਵਿੱਚ ਨਦਰ ਦੇ ਪਾਤਰ ਬਣ ਕੇ ਯੋਗਤਾ ਹਾਸਲ ਕੀਤੀ। ਤੇ ਸਤਿਗੁਰੂ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਆਪਣਾ ਰੂਪ ਹੀ ਬਖਸ਼ਤਾ, ਆਪਣਾ ਆਪਾ ਹੀ ਬਾਬਾ ਲਹਿਣਾ ਨੂੰ ਦੇ ਦਿੱਤਾ। ਬਾਬੇ ਲਹਿਣੇ ਦੇ ਅੰਦਰ ਆਪਣਾ ਸਿੰਘਾਸਨ, ਆਪਣਾ ਤਖਤ, ਆਪਣੀ ਗੱਦੀ, ਸਭ ਕੁਝ ਬਾਬਾ ਲਹਿਣਾ ਜੀ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ, ਗੁਰੂ ਨਾਨਕ ਸਾਹਿਬ ਨੇ ਸੌਂਪ ਦਿੱਤਾ। ਸਤਿਗੁਰੂ ਕਹਿੰਦੇ ਜਿਹੜਾ ਸਿਮਰਨ ਕਰਦਾ ਹੈ ਉਹ ਉਸੇ ਦਾ ਰੂਪ ਬਣ ਜਾਂਦਾ ਹੈ। ਉਹ ਮਾਲਕ ਆਪਣਾ ਰੂਪ ਉਸ ਨੂੰ ਬਖਸ਼ਿਸ਼ ਕਰ ਦਿੰਦਾ ਹੈ। ਹਰ ਸਿਮਰਤ ਤੇਰੀ ਜਾਏ ਬੁਲਾਏ, ਸਰਬ ਕਲਿਆਣ ਵਸੈ ਮਨ ਆਏ। ਕਹਿੰਦੇ ਫਿਰ ਸਾਰੇ ਸੁੱਖ ਉਹਦੀ ਝੋਲੀ ਵਿੱਚ ਪੈ ਜਾਂਦੇ ਆ। ਇਸੇ ਤਰ੍ਹਾਂ ਸੇਵਾ ਕੀਤੀ ਬਾਬਾ ਅਮਰਦਾਸ ਜੀ ਨੇ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਉਹ ਗੁਰਤਾ ਗੱਦੀ ਫਿਰ ਬਾਬਾ ਅਮਰਦਾਸ ਜੀ ਨੂੰ ਬਖਸ਼ੀ। ਇਸੇ ਤਰ੍ਹਾਂ ਬਾਬਾ ਜੇਠਾ ਜੀ ਨਦਰ ਦੇ ਪਾਤਰ ਬਣੇ, ਤੇ ਉਹੀ ਗੁਰਤਾ ਗੱਦੀ ਫਿਰ ਆਪਣੇ ਪੁੱਤਰਾਂ ਨੂੰ ਪਿੱਛੇ ਰੱਖ ਕੇ, ਆਪਣੇ ਸੰਬੰਧੀਆਂ ਨੂੰ ਪਿੱਛੇ ਰੱਖ ਕੇ ਬਾਬਾ ਗੁਰੂ ਅਮਰਦਾਸ ਜੀ ਨੇ ਉਹੀ ਗੁਰਤਾ ਗੱਦੀ ਭਾਈ ਜੇਠਾ ਜੀ ਨੂੰ ਬਖਸ਼ ਕੇ ਗੁਰੂ ਰਾਮਦਾਸ ਬਣਾਉਣਾ ਕੀਤਾ। ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਤੇਰੇ ਵਾਸਤੇ ਸਮਝਣ ਵਾਲੀ ਗੱਲ ਇਹ ਹੈ, ਤੇਰੇ ਵਾਸਤੇ ਮੰਗਣ ਵਾਲੀ ਜਾਂਚ ਇਹ ਹੈ ਕਿ ਤੂੰ ਗੁਰੂ ਅੱਗੋਂ ਜਿੱਥੇ ਹੋਰ ਸਾਰੀਆਂ ਚੀਜ਼ਾਂ ਮੰਗਦਾ ਹੈ, ਉੱਥੇ ਸਤਿਗੁਰੂ ਅੱਗੇ ਇਹ ਅਰਦਾਸ ਦਿਲੋਂ ਕਰਿਆ ਕਰ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ। ਜਿਹੜੀ ਮੰਗ ਪਾਤਸ਼ਾਹ ਕਹਿੰਦੇ ਇੱਕ ਮੰਗ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰ। ਦਾਨਾ ਸਿਰਦਾਨ ਨਾਮਦਾਨ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਕਿ ਬੰਦਗੀ ਦੀ ਦਾਤ, ਸ਼ੁਕਰਾਨੇ ਦੀ ਦਾਤ ਮੇਰੀ ਝੋਲੀ ਵਿੱਚ ਪਾ। ਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਜੋ ਬਿਖਮ ਸਾਗਰ ਤੇਈ ਜਨ ਤਰੇ, ਨਾਨਕ ਜਾ ਕੋ ਨਦਰ ਕਰੇ। ਜਿਹੜਾ ਇਦਾਂ ਦੀ ਮੰਗ ਕਰਦਾ ਹੈ, ਗੁਰੂ ਨਾਨਕ ਅਕਾਲ ਪੁਰਖ ਪਰਮੇਸ਼ਰ ਉਤੇ ਮਿਹਰ ਕਰਕੇ ਆਪਣੀ ਨਦਰ ਦਾ ਪਾਤਰ ਬਣਾ ਕੇ ਆਪਣਾ ਰੂਪ ਬਣਾ ਲੈਂਦਾ ਹੈ। ਸੋ ਇਹ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਹੈ, ਜਿਸ ਵਿੱਚ ਪਾਤਸ਼ਾਹ ਇਹ ਸਿਧਾਂਤ ਬਖਸ਼ਿਸ਼ ਕਰਦੇ ਆ। ਕਹਿੰਦੇ ਸੁੱਤਾ ਨਾ ਰਹਿ ਜਾਵੀਂ ਕਿ 50 ਸਾਲ ਪਏ ਆ ਜ਼ਿੰਦਗੀ ਦੇ, 60 ਪਏ ਆ, 70 ਪਏ ਆ।
ਕਰ ਲਵਾਂਗੇ ਕੁਝ ਚੰਗਾ। ਪਾਤਸ਼ਾਹ ਕਹਿੰਦੇ ਇਹ ਨਹੀਂ, ਹਰ ਜਪਦਿਆਂ ਖਿਨ ਢਿੱਲ ਨਾ ਕੀਚਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੋ ਆਵੈ ਕਿ ਨਾ ਆਵੈ ਰਾਮ। ਉਸ ਮੌਤ ਨੇ ਤੈਨੂੰ ਇਹ ਸੁਨੇਹਾ ਨਹੀਂ ਭੇਜਣਾ ਕਿ ਮੈਂ ਆ ਰਹੀ ਹਾਂ, ਉਹ ਕਦੋਂ ਵੀ ਆ ਸਕਦੀ ਹੈ, ਪਰ ਉਸ ਤੋਂ ਆਉਣ ਤੋਂ ਪਹਿਲਾਂ ਤੂੰ ਆਪਣੇ ਆਪ ਨੂੰ ਸਵਾਰ ਲਵੇਂ, ਆਪਣੇ ਹਿਰਦੇ ਰੂਪੀ ਘਰ ਦੀ ਸਫਾਈ ਕਰ ਲਵੇਂ, ਉਹ ਵਸਤੂ ਇਕੱਠੀ ਕਰ ਲਵੇਂ ਜਿਹੜੀ ਜੀ ਤੇਰੇ ਕਹਿ ਆਵੇ ਕਾਮ, ਜਿਹੜੀ ਤੇਰੀ ਜਿੰਦ ਦਾ ਆਸਰਾ ਬਣਨੀ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਉਦਮ ਕਰ, ਉਪਰਾਲਾ ਕਰ, ਚੰਗਾ ਕਰਨ ਵਾਸਤੇ, ਚੰਗਾ ਬੀਜਣ ਵਾਸਤੇ। ਜੇ ਚੰਗਾ ਬੀਜੇਗਾ ਤਾਂ ਹੀ ਚੰਗਾ ਵੱਢਿਆ ਜਾਣਾ ਹੈ, ਜੇ ਚੰਗਾ ਬੀਜੇਗਾ ਨਹੀਂ ਤੇ ਚੰਗਾ ਵੱਢਣ ਦੀ ਤੇ ਆਸ ਹਰ ਕੋਈ ਕਰਦਾ ਨਾ, ਪਰ ਪਾਤਸ਼ਾਹ ਕਹਿੰਦੇ ਚੰਗਾ ਵੱਢੇਗਾ ਤਾਂ ਜੇ ਚੰਗਾ ਬੀਜਿਆ ਹੋਊਗਾ। ਬੀਜਿਆ ਤੇ ਮਾੜਾ, ਫਿਰ ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ ਹੰਡੈ ਉਨਕ ਤਾਏ ਦਾ ਪੈਦਾ ਲੋੜੈ। ਪੱਟ ਕਹਿੰਦੇ ਕਿੱਕਰਾਂ ਦੇ ਬੀਜ ਕੇ ਬਜੌਰ ਦੀਆਂ ਦਾਖਾਂ ਥੋੜੀ ਮਿਲਦੀਆਂ, ਜੋ ਕੁਝ ਬੀਜਿਆ ਧਰਤੀ ਵਿੱਚ ਉਹੀ ਵੱਢਿਆ ਜਾਣਾ। ਇਸ ਕਰਕੇ ਚੰਗਾ ਬੀਜ ਚੰਗਾ ਵੱਢਣ ਦੀ ਆਸ ਰੱਖ। ਸਤਿਗੁਰੂ ਕਿਰਪਾ ਕਰਨ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪਹਿ ਮੇਲੇ। ਵਾਹਿਗੁਰੂ 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 ਵਾਹਿਗੁਰੂ। ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਕਰਨੋ ਨਿਤ ਆਵੈ ਤਾਈ, ਕਰਨੋ ਨਿਤ ਆਵੈ ਤਾਈ, ਸਭ ਥਾਈ ਹੋਏ ਸਹਾਈ, ਸਭ ਥਾਈ ਹੋਏ ਸਹਾਈ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਕਰਨੋ ਨਿਤ ਆਵੈ ਤਾਈ, ਕਰਨੋ ਨਿਤ ਆਵੈ ਤਾਈ, ਸਭ ਥਾਈ ਹੋਏ ਸਹਾਈ, ਸਭ ਥਾਈ ਹੋਏ ਸਹਾਈ, ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਦਿਵਸ ਰਾਤ ਦੁਇ ਦਾਈ, ਦਾਇਆ ਖਿਲੇ ਸਗਲ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਰੋ ਕਰਨੀ ਆਪੋ ਆਪਣੀ, ਕੀਲੇ ਲੈ ਕੇ ਜਿਨੀ ਰਾਮ ਧਿਆਇਆ, ਗਏ ਮਸਕਤ ਨਾਨਕ ਤੇ ਮੁਖ ਉਜਲੇ,